ਸ਼ਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਹੂ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰੇ ਅੰਤ ਨ ਜਾਈ ਲਖਿਆ। ਰਹਾਉ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਮਹਲਾ ਦੂਜਾ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੈ, ਖਤਰੇ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸਰਵ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ ਪਿਓ। ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦੇਉ। ਮਹਲਾ ਦੂਜਾ। ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਆਤਮਾ ਵਾਸੁਦੇਵਸਿਆ, ਜੇ ਕੋ ਜਾਣੈ ਪਿਓ। ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦੇਉ। ਮਹਲਾ ਪਹਿਲਾ। ਕੁੰਭੇ ਬੱਧਾ ਜਬ ਜਲ ਰਹਿ, ਜਲ ਬਿਨ ਕੁੰਭ ਨ ਹੋਈ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨ ਹੋਈ। ਪੌੜੀ। ਪੜਿਆ ਹੋਵੇ ਗੁਨਹਗਾਰ, ਤਾਂ ਊਮੀ ਸਾਧ ਨ ਮਾਰੀਐ। ਜਿਹਾ ਕਾਲੇ ਕਾਲਣਾ, ਤੇ ਵੇਹੋ ਨਾਉ ਵਿਚਾਰੀਐ। ਐਸੀ ਕਲਾ ਨਾ ਖੇਡੀਐ, ਜਿਸ ਦਰਗਹਿ ਗਿਆ ਹਾਰੀਆ। ਪੜਿਆ ਤੈ ਊਮੀਆਂ, ਵਿਚਾਰ ਅੱਗੇ ਵਿਚਾਰੀਐ। ਮੂੰਹ ਚੱਲੈ ਸੋ ਅੱਗੇ ਮਾਰੀਐ, ਮੂੰਹ ਚੱਲੈ ਸੋ ਅੱਗੇ ਮਾਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ, ਰਾਜਾ ਨਾ ਰਾਜ, ਭਾਨਾ ਨਾ ਭਾਨ, ਦੇਵਾ ਨਾ ਦੇਵ, ਉਮਾ ਮਹਾਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਜੁੜ ਬੈਠੇ ਗੁਰਸਿੱਖ ਪਿਆਰ ਵਾਲੇ ਵਡਭਾਗਿਓ। ਸਤਿਗੁਰਾਂ ਦੇ ਦਰ 'ਤੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਜੁੜ ਬੈਠਣ ਦਾ ਸੁਭਾਗ ਸਮਾਂ, ਸੁਭਾਗ ਘੜੀਆਂ ਪ੍ਰਾਪਤ ਹੋ ਰਹੀਆਂ, ਜਿਸ ਘੜੀਆਂ ਦੇ ਵਿੱਚ ਬੈਠ ਕਰਕੇ ਹਰ ਜਸ ਕੀਤਾ ਜਾ ਰਿਹਾ ਹੈ। ਲੜੀਵਾਰ ਚੱਲ ਰਹੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ, ਸ੍ਰੀ ਆਸਾ ਜੀ ਕੀ ਵਾਰ ਦੀ ਗੁਰਸ਼ਬਦ ਵਿਚਾਰ ਦੇ ਅੰਦਰ ਅਸੀਂ ਕੱਲ੍ਹ 11ਵਾਂ ਪੌੜੀਆਂ ਤੇ ਸ਼ਲੋਕ ਵਿਚਾਰ ਚੁੱਕੇ ਸਨ। ਅੱਜ 12ਵੀਂ ਪੌੜੀ ਤੇ ਸ਼ਲੋਕਾਂ ਦੀ ਵਿਚਾਰ ਆਰੰਭ ਕਰਨੀ ਹੈ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ ਗੁਰ ਫਤਿਹ ਪ੍ਰਵਾਨ ਕਰਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਗੁਰਦੇਵ ਪਾਤਸ਼ਾਹ ਨੇ ਵੱਖ-ਵੱਖ ਪਹਿਲੂਆਂ ਨੂੰ ਨਾਲ ਲੈਂਦਿਆਂ ਹੋਇਆਂ ਕੁਦਰਤ ਦੇ ਨਾਲ ਦੁਨੀਆਦਾਰੀ ਦੇ ਸਮਾਜ ਦੇ ਕਰਮਾਂ ਦੀ ਵੀ ਗੱਲ ਕੀਤੀ ਹੈ। ਤੇ ਸਤਿਗੁਰੂ ਜੀ ਵੱਖ-ਵੱਖ ਰੂਪਾਂ ਦੇ ਵਿੱਚ ਸਮਝਾਉਂਦਿਆਂ ਹੋਇਆਂ ਸ਼ਲੋਕ ਦੇ ਵਿੱਚ ਪਹਿਲਾਂ ਪੌੜੀ ਦੇ ਰੂਪ ਦੇ ਅੰਦਰ ਜੋ ਬਚਨ ਆਖਣਾ ਕੀਤੇ ਨੇ, ਪਹਿਲਾਂ 2 ਸ਼ਲੋਕ ਸ਼ੁਰੂਆਤ ਕਰਦਿਆਂ ਹੋਏ ਇਹਦੇ ਵਿੱਚ ਰਹਾਉ ਦੇ ਬੰਧ ਨੂੰ ਵੀ ਲਿਆ ਗਿਆ ਹੈ। ਤੇ ਗੁਰਦੇਵ ਪਾਤਸ਼ਾਹ ਵੱਖ-ਵੱਖ ਰੂਪਾਂ ਦੇ ਅੰਦਰ ਕਿਵੇਂ ਸਮਝਾਉਂਦੇ ਪਏ ਨੇ, ਸਤਿਗੁਰਾਂ ਦੀ ਰਹਿਮਤ ਦੇ ਸਦਕਾ ਉਹ ਵਿਚਾਰ ਕਰੀਏ।
ਵਾਹਿਗੁਰੂ ਜੀ। ਸ਼ਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਹੂ ਕਰੀ ਨ ਹੋਈ। ਦੁਖ ਦਾਰੂ ਸੁਖ ਰੋਗ ਭਇਆ। ਗੁਰਦੇਵ ਪਾਤਸ਼ਾਹ ਸਮਝਾਉਣਾ ਚਾਹੁੰਦੇ ਨੇ, ਜੇਕਰ ਇਨਸਾਨ ਸੋਚੇ ਕਿ ਮੇਰੇ ਜੀਵਨ ਦੇ ਅੰਦਰ ਇਕੱਲੇ ਸੁੱਖ ਹੀ ਆਈ ਜਾਣ, ਦੁੱਖ ਨਾ ਆਵੇ, ਤੇ ਇਨਸਾਨ ਬਹੁਤ ਜਲਦੀ ਖੁਆਰ ਹੋ ਜਾਵੇਗਾ। ਜੇਕਰ ਜੀਵਨ ਦੇ ਅੰਦਰ ਇਕੱਲੇ ਸੁੱਖ ਹੀ ਆਉਣਗੇ ਨਾ, ਤੇ ਇਨਸਾਨ ਜਾਂ ਇਵੇਂ ਕਹਿ ਲਈਏ ਕਿ ਮਿੱਠਾ ਖਾ ਖਾ ਕੇ ਸ਼ੂਗਰ ਕਰਾਉਣ ਵਾਲੀ ਗੱਲ ਹੈ। ਜੀਵਨ ਦੇ ਅੰਦਰ ਜੇ ਇਕੱਲੇ ਸੁੱਖ ਹੋਣਗੇ ਤੇ ਦੁੱਖਾਂ ਦੀ ਅਹਿਮੀਅਤ ਖਤਮ ਹੋ ਜਾਏਗੀ। ਗੁਰਦੇਵ ਪਾਤਸ਼ਾਹ ਨੇ ਬਚਨ ਆਖਣਾ ਕਰਦਿਆਂ, ਸੁੱਖਾਂ ਤੇ ਦੁੱਖ ਉਪਜੈ ਦੁਖੀ ਹੋਵੇ ਸੁਖ। ਜੇਕਰ ਦੁੱਖ ਨੇ ਤੇ ਸੁੱਖ ਵੀ ਨੇ, ਸੁੱਖ ਨੇ ਤੇ ਦੁੱਖ ਵੀ ਨੇ। ਤੇ ਸਾਹਿਬ ਕਹਿਣਗੇ ਦੁੱਖ ਦਾਰੂ, ਜਿਹੜੇ ਦੁੱਖ ਨੇ ਉਹ ਦਾਰੂ ਦਾ ਦਵਾ ਦਾ ਕੰਮ ਕਰਦੇ ਨੇ। ਸੁਖ ਰੋਗ ਭਇਆ, ਜਿਹੜੇ ਸੁੱਖ ਨੇ ਸਾਨੂੰ ਰੋਗੀ ਬਣਾਉਂਦੇ ਨੇ, ਭਾਵ ਕਿ ਵਿਕਾਰੀ ਬਿਰਤੀਆਂ ਬਣਾਉਂਦੇ ਨੇ। ਦੁੱਖ ਵੇਲੇ ਸਾਨੂੰ ਪਰਮੇਸ਼ਵਰ ਯਾਦ ਰਹਿੰਦਾ ਹੈ, ਲੇਕਿਨ ਜਦੋਂ ਸੁੱਖ ਹੁੰਦਾ ਹੈ ਉਦੋਂ ਪ੍ਰਮਾਤਮਾ ਭੁੱਲ ਜਾਂਦਾ ਹੈ। ਕੁਦਰਤੀ ਗੱਲ ਹੈ। ਜਦੋਂ ਸੁੱਖ ਹੋਵੇਗਾ ਪ੍ਰਮਾਤਮਾ ਭੁੱਲੇਗਾ, ਦੁੱਖ ਹੋਵੇਗਾ ਪ੍ਰਮਾਤਮਾ ਭੁੱਲੇਗਾ ਨਹੀਂ। ਪ੍ਰਮਾਤਮਾ ਚੇਤੇ ਕਰਾਂਗੇ। ਜਾਂ ਸੁਖ ਤਾਮ ਨਾ ਹੋਈ। ਤੇ ਸਤਿਗੁਰੂ ਜੀ ਕਹਿਣ ਲੱਗੇ, ਹੇ ਵੇ, ਜੇਕਰ ਜੀਵਨ ਦੇ ਅੰਦਰ ਜਾਂ ਸੁੱਖ ਤਾਮ ਨਾ ਹੋਏ, ਜੇਕਰ ਜੀਵਨ 'ਚ ਸੁੱਖ ਹੋਵੇਗੇ ਤੇ ਉਦੋਂ ਫਿਰ ਪ੍ਰਮਾਤਮਾ ਯਾਦ ਨਹੀਂ ਹੋਵੇਗਾ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਹੇ ਪ੍ਰਭੂ ਪਰਮਾਤਮਾ ਜੀਓ, ਤੁਸੀਂ ਕਰਨ ਵਾਲੇ ਹੋ, ਸਾਰਾ ਕੁਝ ਬਣਾਉਣ ਵਾਲੇ ਹੋ। ਤੇ ਬਣਾਉਣ ਵਾਲੇ ਉਦੋਂ ਤੱਕ ਬਣਾਉਂਦੇ ਨੇ ਜਦੋਂ ਤੱਕ ਮੈਂ ਨਾਹੀ, ਜਦੋਂ ਤੱਕ ਹੰਕਾਰ ਨਹੀਂ ਜੀਵਨ 'ਚ ਆਉਂਦਾ। ਜਦੋਂ ਹੰਕਾਰ ਆਉਂਦਾ ਹੈ ਫਿਰ ਉਦੋਂ ਕੁਝ ਇਨਸਾਨ ਕਰ ਨਹੀਂ ਸਕਦਾ। ਜਦੋਂ ਇਨਸਾਨ ਮੈਂ ਕਰਕੇ ਉਹ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ ਤੇ ਉਸ ਸਮੇਂ ਕੁਛ ਵੀ ਨਹੀਂ ਅਸੀਂ ਬਣਾ ਪਾਵਾਂਗੇ, ਕੁਛ ਵੀ ਅਸੀਂ ਕਰ ਨਹੀਂ ਪਾਵਾਂਗੇ। ਤੇ ਸਾਹਿਬ ਕਹਿਣ ਲੱਗੇ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਹੇ ਪਰਿਪੂਰਨ ਪ੍ਰਭੂ ਪਰਮਾਤਮਾ ਜੀਓ, ਤੁਹਾਡੀ ਕੁਦਰਤ ਤੋਂ ਬਾਰ-ਬਾਰ ਬਲਿਹਾਰਨੇ ਜਾਈਏ। ਜੋ ਤੁਸੀਂ ਪੂਰੇ ਬ੍ਰਹਿਮੰਡ ਦੇ ਅੰਦਰ ਕੁਦਰਤ ਦੀ ਸਿਰਜਣਾ ਕੀਤੀ ਹੈ, ਜੋ ਵੀ ਕੁਝ ਬਣਾਉਣਾ ਕੀਤਾ ਹੈ, ਉਹਦੇ ਬਰਾਬਰ ਦੁਨੀਆ ਦੇ ਅੰਦਰ ਕੋਈ ਹੋਰ ਬਣਾ ਨਹੀਂ ਸਕਦਾ। ਤੇਰਾ ਅੰਤ ਨਾ ਜਾਈ ਲਖਿਆ, ਤੇਰੇ ਅੰਤ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਨਾ ਤੇ ਅੱਜ ਤੱਕ ਕੋਈ ਤੇਰੇ ਅੰਤ ਤੱਕ ਪਹੁੰਚ ਹੀ ਪਾਇਆ ਤੇ ਨਾ ਹੀ ਕੋਈ ਦੱਸ ਪਾਇਆ ਕਿ ਪ੍ਰਮਾਤਮਾ ਤੂੰ ਕੈਸਾ ਹੈ। ਹੇ ਪ੍ਰਭੂ ਪਰਮਾਤਮਾ, ਤੇਰੇ ਵਿੱਚ ਕੇਵਲ ਤੇ ਕੇਵਲ ਸਮਾਇਆ ਜਾ ਸਕਦਾ ਹੈ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਹੇ ਪ੍ਰਭੂ ਪਰਮਾਤਮਾ, ਜਾਤ ਮਹਿ ਜੋਤ, ਜਾਤ ਤੋਂ ਭਾਵ ਹੈ ਸ੍ਰਿਸ਼ਟੀ। ਜਾਤੋ ਤੱਤੇ ਦੇ ਸਿਹਾਰੀ ਹੈ, ਭਾਵ ਕਿ ਸ੍ਰਿਸ਼ਟੀ ਦੇ ਵਿੱਚ ਜਾਤ ਮਹਿ ਜੋਤ, ਸਾਰੀ ਸ੍ਰਿਸ਼ਟੀ ਵਿੱਚ ਤੂੰ ਆਪਣਾ ਪ੍ਰਕਾਸ਼ ਧਾਰਨ ਕੀਤਾ ਹੋਇਆ ਹੈ। ਸਾਰੀ ਜੀਵਾਂ ਵਿੱਚ ਤੇਰੀ ਆਪਣੀ ਜੋਤ ਰਚੀ ਹੋਈ ਹੈ। ਜੋਤ ਮਹਿ ਜਾਤਾ। ਤੇ ਹੇ ਪ੍ਰਭੂ ਪਰਮਾਤਮਾ, ਸਾਰਿਆਂ ਵਿੱਚ ਤੂੰ ਆਪਣੀ ਜੋਤ ਜਗਾ ਕੇ ਬੈਠਾ ਹੋਇਆ ਹੈ। ਸਾਰਿਆਂ ਵਿੱਚ ਆਪਣੀ ਆਤਮਾ ਰੱਖ ਕੇ ਬੈਠਾ ਹੋਇਆ ਆ। ਤੇ ਕਿਵੇਂ ਰੱਖ ਕੇ ਬੈਠਾ ਹੋਇਆ ਆ? ਅਕਲ ਕਲਾ ਭਰਪੂਰ ਰਿਹਾ। ਹੇ ਪ੍ਰਭੂ ਪਰਮਾਤਮਾ, ਤੂੰ ਕਾਲ ਤੋਂ ਰਹਿਤ ਹੋ ਕਰਕੇ ਸਾਰਿਆਂ ਦੇ ਵਿੱਚ, ਟੋਟੇ ਟੋਟੇ ਵਿੱਚ, ਅਕਾਲ ਤੋਂ ਭਾਵ ਹੈ ਕਿ ਹਰ ਇੱਕ ਥਾਂ ਦੇ ਉੱਤੇ ਅਕਲ ਕਲਾ ਭਰਪੂਰ ਰਿਹਾ। ਹਰ ਥਾਂ ਦੇ ਉੱਤੇ
ਹਰ ਜੀਵ ਦੇ ਵਿੱਚ, ਹਰ ਇੱਕ ਟੋਟੇ ਟੋਟੇ ਦੇ ਵਿੱਚ, ਹਰੇਕ ਕਣ ਕਣ ਦੇ ਵਿੱਚ ਤੂੰ ਆਪ ਭਰਪੂਰ ਹੋਇਆ ਬੈਠਾ ਹੈ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। हे ਪ੍ਰਭੂ ਪਰਮਾਤਮਾ, ਤੂੰ ਸੱਚਾ ਸਥਿਰ ਰਹਿਣ ਵਾਲਾ, ਤੂੰ ਆਪ ਪ੍ਰਭੂ ਪਰਮਾਤਮਾ ਹੈ। ਤੁਹਾਡੀ ਜਿੰਨੀ ਵੀ ਸਿਫਤ ਕੀਤੀ ਜਾਵੇ ਉਨੀ ਥੋੜ੍ਹੀ ਹੈ। ਜਿਨ ਕੀਤੀ ਸੋ ਪਾਰ ਪਿਆ। ਜਿਹੜਾ ਵੀ ਤੇਰੀ ਸਿਫਤ ਵਡਿਆਈ ਸਲਾਹੁਣਾ ਕਰਦਾ ਹੈ, ਉਹ ਤੇਰੇ ਦਰ ਦੇ ਉੱਤੇ ਪ੍ਰਵਾਨ ਹੋ ਕੇ ਇਸ ਭਵ ਸਾਗਰ ਦੇ ਵਿੱਚੋਂ ਪਾਰ ਹੋ ਜਾਂਦਾ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਦਸ ਨਾਨਕ ਇਹ ਗੱਲ ਆਖਦਾ ਪਿਆ ਹੈ, ਕਰਤੇ ਕੀਆਂ ਬਾਤਾਂ, ਕਿ ਜਿੰਨੀਆਂ ਵੀ ਗੱਲਾਂ ਪ੍ਰਮਾਤਮਾ ਦੀਆਂ ਵਡਿਆਈਆਂ ਉਸਤਤ ਕਰ ਲਈ ਜਾਵੇ ਉਨੀ ਥੋੜ੍ਹੀ ਹੈ। ਜੋ ਕਿਛ ਕਰਨਾ ਸੋ ਕਰ ਰਹਿਆ। ਸਿਰਫ ਤੇ ਸਿਰਫ ਇੱਕੋ ਗੱਲ ਦੇ ਉੱਤੇ ਨਿਰਣਾ ਪਹੁੰਚ ਸਕਦੇ ਹਾਂ, ਜੋ ਵੀ ਕੁਝ ਹੋ ਰਿਹਾ ਹੈ ਉਹ ਪ੍ਰਭੂ ਪਰਮਾਤਮਾ ਹੀ ਕਰ ਰਿਹਾ ਹੈ, ਕਰਵਾ ਰਿਹਾ ਹੈ। ਉਹ ਪ੍ਰਭੂ ਪਰਮਾਤਮਾ ਦੇ ਹੁਕਮ ਤੋਂ ਕੁਦਰਤੀ ਜਿੰਨੇ ਵੀ ਕਾਰਜ ਨੇ ਉਹ ਬਾਹਰੀ ਨੇ। ਹੁਣ ਦੇਖੋ, ਸੰਸਾਰ ਦੇ ਉੱਤੇ ਜਿੰਨੇ ਵੀ ਹਵਾ ਚੱਲ ਰਹੀ ਹੈ, ਪਾਣੀ ਚੱਲ ਰਿਹਾ ਹੈ, ਮੀਂਹ ਪੈ ਰਿਹਾ ਹੈ, ਇਹ ਸਾਰਾ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਹੁਕਮ ਦੇ ਵਿੱਚ ਜੀਵਨ ਦਾ ਜਨਮ ਲੈਣਾ ਤੇ ਜੀਵ ਦਾ ਮਰਨ ਤੱਕ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਸਿਰਫ ਤੇ ਸਿਰਫ ਪਰਮਾਤਮਾ ਨੇ ਇੱਕ ਆਜ਼ਾਦੀ ਦਿੱਤੀ ਹੈ ਸਾਨੂੰ ਆਪਣੀ, ਕਿ ਤੁਸੀਂ ਕਰਮ ਕਰ ਸਕਦੇ ਹੋ ਦੁਨੀਆ ਦੇ ਉੱਤੇ, ਕਿ ਜਿਹੋ ਜੇ ਤੁਹਾਨੂੰ ਜਨਮ ਦੇ ਕੇ ਖੁੱਲ੍ਹੇ ਛੱਡ ਦਿੱਤਾ ਆ ਕਿ ਅਖੀਰ ਤੱਕ ਮਨੁੱਖਾ ਜੀਵਨ ਦੇ ਅੰਦਰ ਰਹਿੰਦਿਆਂ ਹੋਇਆਂ ਤੁਸੀਂ ਕਰਮ ਕਮਾਉਣੇ ਨੇ। ਜੇਕਰ ਚੰਗੇ ਕਰਮ ਕਮਾਓਗੇ ਤਾਂ ਚੰਗਾ ਫਲ ਮਿਲਣਾ ਸ਼ੁਰੂ ਹੋ ਜਾਏਗਾ, ਜੇ ਮਾੜੇ ਕਰਮ ਕਮਾਓਗੇ ਤਾਂ ਮਾੜਾ ਫਲ ਪ੍ਰਾਪਤ ਹੋਊਗਾ। ਅਤੇ ਇਹ ਕਰਮ ਦੇ ਉੱਤੇ ਇੱਥੇ ਪਰਮਾਤਮਾ ਨੇ ਕੋਈ ਬੰਦਿਸ਼ ਨਹੀਂ ਪਾਈ। ਇੱਥੇ ਪਰਮਾਤਮਾ ਨੇ ਹੁਕਮ ਤੋਂ ਬਾਹਰ ਹੀ ਕਰ ਦਿੱਤੇ ਆ। ਜੀਵ ਬਾਕੀ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਦੇ ਵਿੱਚ ਚਲਾ ਰਿਹਾ ਹੈ। ਜੀਵ ਪੈਦਾ ਤੱਕ ਹੁਕਮ ਦੇ ਅਨੁਸਾਰ ਕਰ ਰਿਹਾ ਹੈ, ਜੀਵ ਮਰਨ ਤੱਕ ਹੁਕਮ ਦੇ ਵਿੱਚ ਹੈ। ਲੇਕਿਨ ਪਰਮਾਤਮਾ ਨੇ ਮਨੁੱਖ ਨੂੰ ਜੀਵਨ ਦੇ ਵਿੱਚ ਖੁੱਲ੍ਹ ਦਿੱਤੀ ਹੋਈ ਹੈ ਕਿ ਜੋ ਮਰਜ਼ੀ ਤੂੰ ਕਰ, ਜੇ ਚੰਗਾ ਕਰੇਗਾ ਚੰਗਾ ਫਲ ਮਿਲੂਗਾ, ਜੇ ਮਾੜਾ ਕਰੇਗਾ ਤੈਨੂੰ ਮਾੜਾ ਉਹਦਾ ਫਲ ਪ੍ਰਾਪਤ ਹੋਵੇਗਾ। ਉਹ ਕਿਵੇਂ? ਹੁਣ ਸਾਹਿਬ ਕਹਿਣ ਲੱਗੇ, ਮਹਲਾ ਦੂਜਾ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੈ। ਜੋਗੀਆਂ ਦਾ ਧਰਮ ਹੈ ਜੋਗ ਸ਼ਬਦੰ। ਸਾਹਿਬ ਕਹਿਣ ਲੱਗੇ ਜੋਗੀਆਂ ਦਾ ਧਰਮ ਜਿਹੜਾ ਹੈ ਉਹ ਸ਼ਬਦੰ ਤੋਂ ਭਾਵ ਹੈ ਧਰਮ, ਉਹ ਤੋਂ ਭਾਵ ਹੈ ਗਿਆਨ ਕਮਾਉਣਾ। ਵੇਦ ਸ਼ਬਦੰ ਬ੍ਰਾਹਮਣ ਹੈ। ਬ੍ਰਾਹਮਣਾਂ ਦਾ ਜਿਹੜਾ ਧਰਮ ਹੈ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ, ਉਹਨਾਂ ਦੀਆਂ ਵੱਖ ਵੱਖ ਅੱਡ ਅੱਡ ਸੰਪਰਦਾਵਾਂ ਨੇ, ਉਹਨਾਂ ਦੇ ਅਨੁਸਾਰ ਉਹਨਾਂ ਨੇ ਚਲਾਉਣਾ। ਖੱਤਰੀ ਸ਼ਬਦੰ ਸੂਰ ਸ਼ਬਦੰ। ਖੱਤਰੀਆਂ ਦਾ ਧਰਮ ਹੈ ਲੜਨਾ, ਖੱਤਰੀਆਂ ਦਾ ਧਰਮ ਹੈ ਯੁੱਧ ਵਿਦਿਆ ਦੇ ਵਿੱਚ ਹਾਸਲ ਕਰਕੇ ਉਹਦੇ ਅਨੁਸਾਰ ਆਪਣਾ ਜੀਵ ਜਿਉਣਾ। ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਦੂਜਿਆਂ ਸ਼ੂਦਰਾਂ ਦਾ ਤੋਂ ਜਿਹੜਾ ਧਰਮ ਹੈ ਉਹ ਹੈ ਦੂਜਿਆਂ ਦੀ ਸੇਵਾ ਟਹਿਲ ਭਾਵਨੀ ਕਰਨੀ, ਕਿਉਂਕਿ ਜੋ ਸਮਾਜ ਦੇ ਵਿੱਚ ਸੀ ਗੁਰਦੇਵ ਪਾਤਸ਼ਾਹ ਨੇ ਉਹ ਸਮੇਂ ਦੇ ਅਨੁਸਾਰ ਲਿਖ ਦੇਣਾ ਕੀਤਾ। ਕਹਿੰਦੇ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ। ਅਤੇ ਜੇਕਰ ਤੁਸੀਂ ਸਾਰਿਆਂ ਦਾ ਇੱਕ ਧਰਮ ਦੀ ਗੱਲ ਕਰਾਉਣਾ ਚਾਹੁੰਦੇ ਹੋ ਨਾ, ਅਸਲੀਅਤ ਸਮਝਣਾ ਚਾਹੁੰਦੇ ਹੋ ਨਾ ਕਿ ਸਾਰਿਆਂ ਦਾ ਧਰਮ ਕਿਹੜਾ ਹੈ, ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜੇ ਇਨਸਾਨ ਇਸ ਭੇਦ ਨੂੰ ਜਾਣਨਾ ਚਾਹੁੰਦੇ ਨਾ, ਨਾਨਕ ਤਾਂਕਾ ਦਾਸ ਹੈ ਸੋਈ ਨਿਰੰਜਨ ਦਿਓ। ਕਹਿਣ ਲੱਗੇ ਅਸੀਂ ਜਾਤ ਪਾਤ ਵਹਿਮ ਭਰਮ ਭੁਲੇਖਿਆਂ ਤੋਂ ਬਾਹਰ ਕੱਢ ਕੇ ਕੇਵਲ ਤੇ ਕੇਵਲ ਸਾਰਿਆਂ ਨੂੰ ਇੱਕ ਧਰਮ ਦੇ ਨਾਲ ਜੋੜਨਾ ਚਾਹੁੰਦੇ ਹਾਂ, ਉਹ ਹੈ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਕਮਾਉਣਾ। ਕਿਉਂਕਿ ਉਸ ਸਮੇਂ ਸਾਰੀਆਂ ਦੀਆਂ ਵੱਖ ਵੱਖ ਜਾਤਾਂ ਪਾਤਾਂ, ਸ਼ੂਦਰ ਨਾਈ ਝੀ, ਵੱਖ ਵੱਖ ਜਾਤਾਂ ਪਾਤਾਂ ਦੇ ਵਿੱਚ ਪੰਡਿਤ ਲੋਕਾਂ ਨੇ ਵੰਡੇ ਹੋਏ ਸਨ।
तो साहिबां ने आख्या कि गुरु नानक के दर घर के अंदर कोई भी जात पात नहीं है, कोई भी वर्ण वंड नहीं है। इत्थे जेकर जोगियां का धर्म है वो है ज्ञान इकट्ठा करना, ब्राह्मणों का काम है धार्मिक ग्रंथां नूं पढ़ना, खत्रियां का धर्म है जो कि सूरमाई के तरीकों के नाल लड़ना। लेकिन साहिब कहन लगे आम तौर के उत्ते असीं की है कि जिस भी परिवार दे विच बच्चा जन्म लैंदा है वो उस पुराने समयां दे अंदर जिहड़ी मन्नू सिमरती लिखी गई ही जिहदे विच जातां पातां दे वर्ण वंड इन्नी कट्टरता दे नाल लिखी हुई है, जिहड़ी 31 सिमरतियां दे आउंदियां ने उन्हां दे विचों एक सिमरती है मन्नू सिमरती। ਉਹਨੂੰ ਕਿਤੇ ਪੜ੍ਹ ਕੇ ਦੇਖੋ, ਉਹਦੇ ਵਿੱਚ ਸਾਰੀ ਡਿਟੇਲ ਦੇ ਨਾਲ ਕਿਹੜੀ ਕਿਹੜੀ ਜਾਤ ਦਾ ਕਿਹੜਾ ਕਿਹੜਾ ਕਰਮ ਕਰਨਾ ਹੈ, ਕਿਹੜੇ ਕਿਹੜੀ ਜਾਤ ਦਾ ਕਿਹੜੇ ਕਿਹੜੇ ਇਹਦੇ ਅਨੁਸਾਰ, ਇੱਥੋਂ ਤੱਕ ਕਿ ਨੀਵੀਂ ਜਾਤ ਜੇਕਰ ਕੋਈ ਰੱਬ ਦਾ ਨਾਂ ਸੁਣ ਵੀ ਲੈਂਦਾ ਸੀ ਨਾ ਤੇ ਉਹਦੇ ਕੰਨ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। ਇੱਥੋਂ ਤੱਕ ਕਿ ਇੱਕ ਜ਼ਿਕਰ ਆਉਂਦਾ ਹੈ ਕਿ ਰਾਜਾ ਰਾਮਚੰਦਰ ਦੇ ਵੇਲੇ ਵਿੱਚ ਕਾਲ ਪੈ ਗਿਆ ਤੇ ਉਸ ਸਮੇਂ ਕੀ ਹੋਇਆ ਕਿ ਜਾ ਕੇ ਪੰਡਤਾਂ ਨੇ ਬ੍ਰਾਹਮਣਾਂ ਨੇ ਜਾ ਕੇ ਰਾਜੇ ਰਾਮਚੰਦਰ ਦੇ ਕੋਲ ਜਾ ਕੇ ਰੋਏ, ਕਿਉਂਕਿ ਉੱਥੇ ਜਾ ਕੇ ਰੋਏ ਤੇ ਆਖਣ ਲੱਗੇ ਬਾਦਸ਼ਾਹ ਸਲਾਮਤ, ਤੁਹਾਡੇ ਦੇਸ਼ ਦੇ ਵਿੱਚ ਕਾਲ ਪਿਆ ਆ, ਉਹਦਾ ਕਾਰਨ ਹੈ ਕਿ ਇੱਕ ਸ਼ੂਦਰ ਜਿਹੜਾ ਸੀ ਉਹ ਪਰਮਾਤਮਾ ਦੀ ਭਗਤੀ ਕਰਨ ਡਿਆ ਹੈ, ਪਰਮਾਤਮਾ ਦੀ ਭਗਤੀ ਕਰਨ ਦੇ ਵਿੱਚ ਲੱਗਾ ਹੋਇਆ ਹੈ। ਕਹਿਣਗੇ ਇਹਦਾ ਹੱਲ ਕੀ ਹੋ ਸਕਦਾ? ਕਹਿਣਗੇ ਰਾਮਚੰਦਰ ਜੀ ਤੁਸੀਂ ਆਪਣੇ ਤਲਵਾਰ ਦੇ ਨਾਲ ਉਹਦਾ ਸਿਰ ਧੜ ਦੇ ਨਾਲੋਂ ਅਲੱਗ ਕਰੋਗੇ ਤੇ ਤਾਂ ਜਾ ਕੇ ਇਹ ਕਾਲ ਦੂਰ ਹੋਣਾ ਹੈ। ਉਸ ਇਤਿਹਾਸ ਦੇ ਵਿੱਚ ਉਹਨੇ ਲਿਖਿਆ ਹੈ ਕਿ ਰਾਮਚੰਦਰ ਨੇ ਉਹ ਸ਼ੂਦਰ ਦਾ ਉਹ ਸਿਰ ਆਪਣੀ ਤਲਵਾਰ ਨਾਲ ਵੱਢਿਆ ਤੇ ਲੇਕਿਨ ਜੋ ਕਿ ਕਾਲ ਸੀ ਦੇ ਅਨੁਸਾਰ ਜਿਹੜਾ ਕਾਲ ਉਹ ਠੀਕ ਨਹੀਂ ਹੋ ਪਾਇਆ। ਲੇਕਿਨ ਇਹਨਾਂ ਨੇ ਇੰਨੀ ਕੁ ਜਾਤ ਪਾਤ ਸੀ ਕਿ ਰਾਜੇ ਦੇ ਕੋਲੋਂ ਵੀ ਅਜਿਹੇ ਕਰਮ ਪੰਡਤ ਕਰਵਾ ਦਿਆ ਕਰਦੇ ਸਨ। ਇੰਨੀ ਊਚ ਨੀਚ ਜਾਤ ਪਾਤ ਦੇ ਵਿੱਚ ਭਿੰਨ ਭੇਦਤਾ ਸੀ। ਤੇ ਸਾਹਿਬ ਗੁਰਬਾਣੀ ਦੇ ਅਨੁਸਾਰ ਸਾਹਿਬ ਕਹਿਣ ਲੱਗੇ ਮਹਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ। ਏਕ ਕ੍ਰਿਸ਼ਨੰ, ਇੱਕ ਕ੍ਰਿਸ਼ਨ ਉਹ ਕਿਹੜਾ ਹੈ? ਉਹ ਹੈ ਪ੍ਰਭੂ ਪਰਮਾਤਮਾ। ਇੱਕ ਕ੍ਰਿਸ਼ਨੰ ਸਰਬ ਦੇਵਾ, ਅਤੇ ਇੱਕ ਪ੍ਰਭੂ ਪਰਮਾਤਮਾ ਜਿਹੜਾ ਸਾਰਿਆਂ ਨੂੰ ਦਾਤਾਂ ਦੇਵਣ ਵਾਲਾ ਹੈ। ਦੇਵ ਦੇਵਾ ਤਾਂ ਆਤਮਾ, ਦੇਵਤਾ ਉਹ ਹੈ ਜਿਹੜਾ ਸਾਰਿਆਂ ਨੂੰ ਦੇਵਣ ਵਾਲਾ ਹੈ। ਜਿਹੜਾ ਦਾਤਾਂ ਦੇ ਕੇ ਖੋਹਣ ਵਾਲਾ ਉਹ ਦੇਵਤਾ ਨਹੀਂ ਹੁੰਦਾ। ਦਾਤਾਂ ਦੇ ਕੇ ਦਾਤਾਂ ਲੈ ਲੈਣੀਆਂ ਵਾਪਸ ਕਿ ਮੈਂ ਤੈਨੂੰ ਸ਼ਰਾਬ ਦੇ ਦੂੰਗਾ ਜੇ ਮੇਰੀ ਆਹ ਨਾ ਮੰਨੀ ਤੇ ਮੈਂ ਤੇਰੇ ਕੋਲ ਆਹ ਕਰ ਦਵਾਂਗਾ, ਉਹਦੇ ਨਹੀਂ। ਅਤੇ ਦਾਤਾ ਉਹ ਹੈ ਇੱਕ ਪ੍ਰਭੂ ਪਰਮਾਤਮਾ ਉਹ ਹੈ ਜਿਹੜਾ ਸਾਰਿਆਂ ਨੂੰ ਦਾਤਾਂ ਦੇਵਣ ਵਾਲਾ ਹੈ। ਆਤਮਾ ਵਾਸੁਦੇਵਸਯ ਜੇ ਕੋ ਜਾਣੈ ਭਿਓ। ਅਸਲ ਦੇ ਵਿੱਚ ਸਾਹਿਬ ਕਹਿਣ ਲੱਗੇ ਜੋ ਮਨੁੱਖ ਵਾਹਿਗੁਰੂ ਦੀ ਆਤਮਾ ਦੇ ਨਾਲ ਅਸਲੀਅਤ ਸਮਝ ਲੈਂਦਾ ਹੈ, ਵਾਸੁਦੇਵਸਯ ਤੋਂ ਭਾਵ ਪਰਮਾਤਮਾ ਦਾ, ਆਤਮਾ ਪਰਮਾਤਮਾ ਦੀ ਆਤਮਾ, ਆਤਮਾ ਵਾਸੁਦੇਵਸਯ ਜੇ ਕੋ ਜਾਣੇ ਭਿਓ। ਕਹਿੰਦੇ ਪਰਮਾਤਮਾ ਅਤੇ ਆਤਮਾ ਦਾ ਜਿਹੜਾ ਭੇਦ ਸਮਝ ਲੈਂਦਾ ਹੈ, ਜੇ ਕੋ ਜਾਣੇ ਭਿਓ, ਜਿਹੜਾ ਇਸ ਗੱਲ ਨੂੰ ਆਤਮਾ ਅਤੇ ਪਰਮਾਤਮਾ ਦਾ ਜਿਹੜਾ ਭੇਦ ਸਮਝ ਲੈਂਦਾ ਹੈ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਦੂਸਰੀ ਜੋਤ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ ਜਿਹੜੇ ਇਨਸਾਨ ਇਸ ਗੱਲ ਨੂੰ ਸਮਝ ਲੈਂਦੇ ਨੇ ਕਿ ਪਰਮਾਤਮਾ ਅਤੇ ਆਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ, ਹਰੇਕ ਜੀਵ ਦੇ ਵਿੱਚ ਪਰਮਾਤਮਾ ਹੈ, ਸਾਡੇ ਸਾਰਿਆਂ ਦੇ ਵਿੱਚ ਪਰਮਾਤਮਾ ਵਸਿਆ ਹੈ। ਅਤੇ ਜਿਹੜਾ ਇਹ ਗੱਲ ਸਮਝ ਲੈਂਦਾ ਹੈ ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਮੈਂ ਉਹਨਾਂ ਦਾ ਦਾਸ ਸੇਵਕ ਬਣ ਕੇ ਮੈਂ ਉਹਨਾਂ ਦੀਆਂ ਹਰੇਕ ਗੱਲ ਮੰਨਣ ਨੂੰ ਤਿਆਰ ਬੈਠਾ ਜਿਹੜੇ ਇਸ ਗੱਲ ਨੂੰ ਸਮਝ ਲੈਂਦੇ ਨੇ। ਮਹਲਾ ਪਹਿਲਾ ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਵੇ। ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ।
ये 5वां श्लोक इस पौड़ी के अंदर, इस वार के अंदर 5वां श्लोक है। साहिब कहना कुंभे बद्धा जल है। कुंभे तो भाव है घड़ा, कुंभ नूं घड़े नूं बोलते ने। कुंभे बद्धा जल है, मतलब जिवें जल कुंभ दे विच जल पा के रखिया जा सकता है, उदा बेशक पानी नूं असीं फड़ के नहीं रख सकते जिन्हें तो कोई बर्तन दे विच पावांगे नहीं। साहिब कहना कुंभे बद्धा जल है, जल बिन कुंभ ना होए। आंदे पानी तो बगैर वो केवल तो केवल घड़ा ही आ, कुंभ नहीं उन्होंने आख्या जा सकता। जेकर उहदे विच पानी हैगा ते तां वो कुंभ बनदा आ, जेकर वो पानी नहीं है उहदे विच ते वो केवल ते घड़ा रह जाएगा। साहिब कहना जल बिन कुंभ ना होए, पानी तो बगैर वो कुंभ नहीं हो सकता। ज्ञान का बद्धा मन रहा, गुर बिन ज्ञान ना होए। ਅਤੇ ਗਿਆਨ ਦੇ ਨਾਲ ਇਨਸਾਨ ਦਾ ਮਨ ਬੱਝਾ ਬਣ ਸਕਦੇ ਹਾਂ, ਗਿਆਨ ਤੋਂ ਬਗੈਰ ਇਹ ਮਨ ਬੱਝ ਨਹੀਂ ਸਕਦਾ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਤੇ ਅਗਲੀ ਗੱਲ ਹੈ ਗੁਰੂ ਤੋਂ ਬਗੈਰ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਜਿੰਨੀ ਦੇਰ ਤੱਕ ਗੁਰੂ ਨੂੰ ਧਾਰਨ ਨਹੀਂ ਕਰਾਂਗੇ, ਗੁਰੂ ਗਿਆਨ ਕਿਵੇਂ ਦੇਵੇਗਾ, ਗੁਰੂ ਕਿਵੇਂ ਸੋਝੀ ਪ੍ਰਾਪਤ ਕਰਵਾਏਗਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਵੇਲੇ ਵਿੱਚ ਪੰਡਤ ਕੀ ਕਰਦੇ ਸਨ ਕਿ ਆਉਂਦੇ ਸਨ, ਲੇਕਿਨ ਸੰਗਤ ਦੇ ਵਿੱਚ ਬਹਿ ਕੇ, ਨੀਵੀਂ ਜਾਤਾਂ ਵਾਲਿਆਂ 'ਚ ਬਹਿ ਕੇ ਸੁਣਤੇ, ਗਿਆਨ ਸੁਣ ਕੇ ਲੈ ਕੇ ਚਲੇ ਜਾਂਦੇ ਸਨ। ਲੇਕਿਨ ਜਦੋਂ ਇਹਨਾਂ ਨੂੰ ਲੰਗਰ ਦੇ ਵਿੱਚ ਬਹਿ ਕੇ ਛਕਣ ਦਾ, ਪ੍ਰਸ਼ਾਦਾ ਛਕਣ ਦੀ ਗੱਲ ਆਉਂਦੀ ਸੀ ਨਾ, ਤੇ ਉਦੋਂ ਦੌੜ ਜਾਂਦੇ ਸਨ, ਉਦੋਂ ਉਹਦੇ ਵਿੱਚ ਨਹੀਂ ਸਨ ਆਉਂਦੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਪਹਿਲਾਂ ਤਖਤੀ ਲਿਖਵਾ ਕੇ ਲਾ ਦਿੱਤੀ ਕਿ ਪਹਿਲੇ ਪੰਗਤ ਪਾਛਾ ਸੰਗਤ, ਕਿ ਪਹਿਲਾਂ ਪੰਗਤ ਦੇ ਵਿੱਚ ਬਹਿ ਕੇ ਛਕੋ, ਉੱਚੀਆਂ ਨੀਵੀਆਂ ਜਾਤਾਂ ਵਾਲਿਆਂ 'ਚ ਬਹਿ ਕੇ ਛਕੋ, ਤੇ ਫਿਰ ਸਾਡੇ ਵਿੱਚ ਆਣ ਕੇ ਸੰਗਤ ਦੇ ਵਿੱਚ ਬੈਠੋ। ਫਿਰ ਇਹਦੇ ਵਾਸਤੇ ਸੱਚੇ ਪਾਤਸ਼ਾਹ ਨੇ ਬਾਅਦ ਵਿੱਚ ਬੌਲੀ ਤਿਆਰ ਕਰਵਾਈ ਸੀ ਕਿ ਪਹਿਲਾਂ ਇਸ਼ਨਾਨ ਇਕੱਠੇ ਕਰੋ, ਪ੍ਰਸ਼ਾਦਾ ਇਕੱਠੇ ਛਕੋ, ਫਿਰ ਸਾਡੇ ਕੋਲ ਆਓ, ਤਾਂ ਜਾ ਕੇ ਤੁਹਾਡੇ ਮਨ ਦੇ ਅੰਦਰ ਜਿਹੜਾ ਊਚ ਨੀਚ ਜਾਤ ਪਾਤ ਦਾ ਜਿਹੜਾ ਕੋੜ ਹੈ ਨਾ, ਉਹ ਖਤਮ ਹੋਵੇ, ਫਿਰ ਗੱਲ ਬਣਨੀ ਹੈ। ਤੇ ਅਸਲੀਅਤ ਦੇ ਵਿੱਚ ਸਾਹਿਬਾਂ ਨੇ ਬਹੁਤ ਕਾਰਜ ਕੀਤੇ ਨੇ। ਇਹਨਾਂ ਦੇ ਕਾਰਜ ਕਰਨ ਦਾ ਮਤਲਬ ਹੀ ਇਹ ਸੀ। ਸਾਹਿਬ ਕਹਿਣ ਲੱਗੇ ਬਸ ਉਸੇ ਤਰ੍ਹਾਂ ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਗੈਰ ਗਿਆਨ ਨਹੀਂ ਪ੍ਰਾਪਤ ਹੋਣਾ। ਜਿੱਥੇ ਮਰਜ਼ੀ ਟੱਕਰਾਂ ਮਾਰ ਕੇ ਵੇਖ ਲੈ, ਜਿੰਨੀ ਦੇਰ ਤੱਕ ਗੁਰੂ ਨੂੰ ਧਾਰਨ ਨਹੀਂ ਕਰੇਗਾ, ਦੁਨੀਆ ਦੇ ਅੰਦਰ ਕੋਈ ਵਿਦਵਾਨ ਐਸਾ ਨਹੀਂ ਬਣਿਆ ਜਿਹਨੂੰ ਗੁਰੂ ਨਾ ਮਿਲਿਆ ਹੋਵੇ ਤੇ ਉਹ ਵਿਦਵਾਨ ਬਣ ਗਿਆ ਹੋਵੇ। ਗੁਰੂ ਨੂੰ ਧਾਰਨ ਕਰਨਾ ਹੀ ਪੈਣਾ, ਕੋਈ ਵੀ ਕੰਮ ਸਿੱਖਣਾ ਹੈ ਗੁਰੂ ਨੂੰ ਧਾਰਨ ਕਰਨਾ ਪੈਣਾ। ਤੇ ਸਤਿਗੁਰੂ ਜੀ ਬਚਨ ਕਰਨ ਲੱਗੇ, ਇਹ 5 ਸ਼ਲੋਕਾਂ ਦੇ ਅੰਦਰ ਵੱਖ-ਵੱਖ ਰੂਪਾਂ ਦੇ ਅੰਦਰ ਗੁਰਦੇਵ ਪਾਤਸ਼ਾਹ ਨੇ ਸਮਝਾਇਆ। ਪੌੜੀ ਪੜਿਆ ਹੋਵੇ ਗੁਨਹਗਾਰ, ਤਾਂ ਊਮੀ ਸਾਧ ਨਾ ਮਾਰੀਐ। ਸਾਹਿਬ ਕਹਿਣ ਲੱਗੇ ਜੇਕਰ ਇਨਸਾਨ ਪੜ੍ਹ ਲਿਖ ਕੇ, ਜਿਸ ਨੂੰ ਸਾਰੀ ਸਮਝ ਹੋਵੇ, ਇਨਸਾਨ ਨੂੰ ਸੋਝੀ ਹੋਏ ਕਿ ਆਹ ਕੰਮ ਨਹੀਂ ਕਰਨਾ, ਤੇ ਫਿਰ ਵੀ ਉਹ ਕੰਮ ਕਰੇ ਤੇ ਉਸ ਨੂੰ ਸਜ਼ਾ ਹੀ ਪ੍ਰਾਪਤ ਹੋਣੀ ਹੈ। ਜਿਹਨੂੰ ਪਤਾ ਹੈ ਕਿ ਆਹ ਜ਼ਹਿਰ ਹੈ, ਜ਼ਹਿਰ ਖਾਣ ਨਾਲ ਮੌਤ ਹੋਣੀ ਹੈ, ਜਿਹੜਾ ਫਿਰ ਵੀ ਜ਼ਹਿਰ ਖਾਈ ਜਾਊਗਾ ਉਹਦੇ ਸਿਰ ਮਰਨਾ ਹੀ ਮਰਨਾ, ਫਿਰ ਉਹਨੂੰ ਕੌਣ ਬਚਾਊਗਾ। ਤਾਂ ਉਵੇਂ ਸਾਧਨਾ ਮਾਰੀ ਹੈ। ਸਾਹਿਬ ਕਹਿੰਦੇ ਫਿਰ ਜਿਹੜਾ ਅਨਪੜ੍ਹ ਲੋਕ ਹੈ, ਜਿਹਨੂੰ ਪਤਾ ਹੀ ਨਹੀਂ ਕਿਸ ਗੱਲ ਦਾ, ਜੇ ਉਹ ਜੇਕਰ ਇੱਕ ਅੰਨਾ ਬੰਦਾ ਖੂਹ 'ਚ ਡਿੱਗੇ ਤੇ ਉਹਦਾ ਤਾਂ ਮੰਨ ਲਈਏ ਵੀ ਇਹ ਅੰਨਾ ਆ, ਇਹਨੂੰ ਨਹੀਂ ਪਤਾ, ਉਹ ਖੂਹ 'ਚ ਡਿੱਗ ਗਿਆ। ਲੇਕਿਨ ਜੇਕਰ ਸੁਜਾਖਾ ਹੋ ਕੇ ਖੂਹ 'ਚ ਡਿੱਗੇ ਤੇ ਫਿਰ ਆਖਣਗੇ ਤੇ ਮੂਰਖੇ ਆਪ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਕੇ ਮਰਿਆ। ਹੁਣ ਜੇਕਰ ਸਾਨੂੰ ਪਤਾ ਆ ਕਿ ਨਸ਼ਿਆਂ ਨਾਲ ਸਾਡਾ ਤਨ ਦਾ ਵੀ ਨੁਕਸਾਨ, ਸਾਡੇ ਧਨ ਦਾ ਵੀ ਨੁਕਸਾਨ, ਸਾਡੇ ਪਰਿਵਾਰ ਦਾ ਵੀ ਨੁਕਸਾਨ ਆ, ਜੇ ਫਿਰ ਨਸ਼ੇ ਕਰੀ ਜਾਈਏ ਤੇ ਫਿਰ ਤੇ ਮਾੜੀ ਗੱਲ ਹੀ ਹੈ ਨਾ। ਤੇ ਸਾਹਿਬ ਪੜ੍ਹਿਆ ਹੋਵੇ ਗੁਨਹਗਾਰ, ਤਾਂ ਊਮੀ ਸਾਧਨਾ ਮਾਰੀ ਹੈ। ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਐ। ਜਿਹੋ ਜੀ ਇਨਸਾਨ ਘਾਲਣਾ ਘਾਲੇਗਾ ਨਾ, ਉਹ ਜਿਹਾ ਹੀ ਜੀਵਨ ਦੇ ਵਿੱਚ ਉਹ ਕਰਮ ਕਰੇਗਾ। ਜਿਹੋ ਜਿਹੇ ਕਰਮ ਕਰੇਗਾ, ਉਹ ਜਿਹਾ ਹੀ ਉਹਨੂੰ ਪ੍ਰਚਾਰਿਆ ਜਾਵੇਗਾ,
ਜਿਹੋ ਜੇ ਇਨਸਾਨ ਦੀ ਬਿਰਤੀ ਬਣਦੀ ਜਾਊਗੀ ਫਿਰ ਉਹੋ ਜਿਹਾ ਇਨਸਾਨ ਹੁੰਦਾ ਜਾਵੇਗਾ। ਐਸੀ ਕਲਾ ਨਾ ਖੇਡੀਐ ਜਦੋਂ ਦਰਗਾਹ ਗਿਆ ਹਾਰੀਐ। ਸਾਹਿਬ ਸਪਸ਼ਟ ਕਰਦਿਆਂ ਹੋਇਆਂ ਸਪਸ਼ਟ ਤੌਰ ਦੇ ਉੱਤੇ ਆਖਦੇ ਪਏ ਨੇ ਕਿ ਅਜਿਹਾ ਕੋਈ ਕੰਮ ਨਾ ਕਰੀਏ ਜਿਹਦੇ ਕਰਨ ਦੇ ਨਾਲ ਸਾਨੂੰ ਦਰਗਾਹ ਦੇ ਵਿੱਚ ਹਾਰ ਨਾ ਪਵੇ, ਪਰਮਾਤਮਾ ਦੇ ਦਰ ਦੇ ਉੱਤੇ ਮੁੱਖ ਸ਼ਰਮਿੰਦਾ ਕਰਨਾ ਪਵੇ। ਉੱਥੇ ਜਾ ਕੇ ਜਦੋਂ ਚਿੱਤਰਗੁਪਤ ਜਬ ਲੇਖਾ ਬਾਂਗਿਆ ਬਾਕੀ ਨਿਕਸੀ ਭਾਰੀ, ਜਦੋਂ ਉੱਥੇ ਜਾ ਕੇ ਸਵਾਲ ਜਵਾਬ ਹੋਣਗੇ, ਪਰਮਾਤਮਾ ਨੇ ਪੁੱਛ ਕਰਨੀ ਹੈ ਕਿ ਤੈਨੂੰ ਤਨ ਦਿੱਤਾ, ਧਨ ਦਿੱਤਾ, ਮਨ ਦਿੱਤਾ, ਧੀਆਂ ਪੁੱਤ ਦਿੱਤੇ, ਪਰਿਵਾਰ ਦਿੱਤਾ, ਸਾਰਾ ਕੁਝ ਜੋ ਮੰਗਦਾ ਰਿਹਾ ਦਿੰਦਾ ਰਿਹਾ, ਲੇਕਿਨ ਮੇਰੇ ਵਾਸਤੇ ਤੂੰ ਕੀ ਕੀਤਾ? ਉੱਥੇ ਫਿਰ ਸ਼ਰਮਿੰਦਾ ਨਾ ਹੋਣਾ ਪਵੇ। ਕਿਉਂਕਿ ਸਾਨੂੰ ਪਰਮਾਤਮਾ ਦੇ ਰਿਹਾ ਨਾ ਸਾਰਾ ਕੁਛ, ਲੇਕਿਨ ਅਸੀਂ ਪਰਮਾਤਮਾ ਵਾਸਤੇ ਕੀ ਕੀਤਾ? ਕਿਉਂਕਿ ਅਸੀਂ ਖਿਮਾ ਕਰਨਾ ਗੁਰੂ ਦੇ ਦਰ ਦੇ ਉੱਤੇ ਆਉਂਦੇ, ਆਪਣੇ ਸੁੱਖਾਂ ਕਰਕੇ ਆਉਂਦੇ ਹਾਂ, ਸਾਡੀਆਂ ਲੋੜਾਂ ਸਾਡੀਆਂ ਮੰਗਾਂ ਕਰਕੇ ਅਸੀਂ ਗੁਰੂ ਦੇ ਦਰ ਦੇ ਉੱਤੇ ਆਉਂਦੇ ਹਾਂ। ਜਦੋਂ ਸਾਡੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਅਸੀਂ ਗੁਰੂ ਦੇ ਦਰ ਦੇ ਉੱਤੋਂ ਆਉਣਾ ਵੀ ਹਟ ਜਾਂਦੇ ਹਾਂ। ਲੋੜਾਂ ਕਰਕੇ ਅਸੀਂ ਗੁਰੂ ਦੇ ਕੋਲ ਆਉਂਦੇ ਹਾਂ। ਹੁਣ ਗੁਰੂ ਦੇ ਦਰ ਦੇ ਉੱਤੇ ਕਦੀ ਆਣ ਕੇ ਇਹ ਪੁੱਛਿਆ ਕਿ ਸੱਚੇ ਪਾਤਸ਼ਾਹ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ? ਅਸੀਂ ਆਪਣੀਆਂ ਲੋੜਾਂ ਪੁੱਛਦੇ ਰਹਿੰਦੇ, ਗੁਰੂ ਕੋਲੋਂ ਮੰਗਦੇ ਰਹੇ, ਮਾਲਕ ਆਹ ਦੇ ਦੇ, ਆਹ ਦੇ ਦੇ। ਕਦੀ ਮਾਲਕ ਨੂੰ ਪੁੱਛਿਆ ਕਿ ਮਾਲਕਾ ਤੈਨੂੰ ਕਿਸ ਚੀਜ਼ ਦੀ ਲੋੜ ਹੈ? ਨਹੀਂ ਪੁੱਛਦੇ, ਕਿਉਂਕਿ ਸਾਨੂੰ ਅਸੀਂ ਕੇਵਲ ਅਤੇ ਕੇਵਲ ਦੁਨੀਆਦਾਰੀ ਚੀਜ਼ਾਂ ਤੌਰ ਦੇ ਉੱਤੇ ਅਸੀਂ ਵਧੀਆ ਰੁਮਾਲੇ, ਵਧੀਆ ਕੱਪੜੇ, ਵਧੀਆ ਚੌਰ ਸਾਹਿਬ ਇਤਿਆਦਿਕ ਅਸੀਂ ਜੋ ਵੀ ਚੜਾਉਂਦੇ ਅਸੀਂ ਆਪਣੀ ਸੋਚ ਸੋਚ ਕੇ ਉਹਨੂੰ ਸਾਥ ਚੜਾ ਲੈਂਦੇ ਹਾਂ। ਕਦੇ ਗੁਰੂ ਨੂੰ ਪੁੱਛੋ ਕਿ ਸੱਚੇ ਪਾਤਸ਼ਾਹ ਜੋ ਸਾਨੂੰ ਦਿੱਤਾ ਹੈ ਉਹ ਤੂੰ ਦਿੱਤਾ ਹੈ, ਲੇਕਿਨ ਕਿਤੇ ਸਾਨੂੰ ਵੀ ਦੱਸ ਕਿ ਤੈਨੂੰ ਕਿਸ ਚੀਜ਼ ਦੀ ਲੋੜ ਹੈ। ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ ਸੱਚੇ ਪਾਤਸ਼ਾਹ ਆਖਦੇ ਨੇ ਕਿ ਗੁਰਸਿੱਖਾ ਤੂੰ ਮੇਰੇ ਕੋਲ ਆਏਗਾ ਨਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਤੂੰ ਮੇਰੇ ਕੋਲ ਆ ਜਾਇਆ ਕਰ ਅਤੇ ਆਣ ਕੇ ਮੇਰੇ ਕੋਲ ਬਹਿ ਕੇ ਗੁਰਬਾਣੀ ਪੜ੍ਹ ਲਿਆ ਕਰ, ਸੁਣ ਲਿਆ ਕਰ, ਮੇਰੇ ਵਾਸਤੇ ਇੰਨਾ ਹੀ ਬਹੁਤ ਹੈ। ਮੇਰੇ ਕੋਲ ਆਣ ਕੇ ਸਵੇਰੇ ਸ਼ਾਮ ਮੇਰੇ ਕੋਲ ਹਾਜ਼ਰੀ ਭਰ ਲਿਆ ਕਰ, ਮੱਥਾ ਟੇਕ ਲਿਆ ਕਰ, ਗੁਰੂ ਦੇ ਬਚਨ ਸਲਾਹ ਕਰ ਲਿਆ ਕਰ, ਇੰਨਾ ਹੀ ਬਹੁਤ ਹੈ। ਜਿਉਂ ਜਿਉਂ ਬਾਣੀ ਪੜ੍ਹਾਂਗੇ ਫਿਰ ਉਹਦੇ ਨਾਲ ਸਨੇਹ ਵੱਧਦਾ ਜਾਵੇਗਾ ਪਰਮਾਤਮਾ ਦੇ ਨਾਲ। ਅਤੇ ਸਾਹਿਬ ਕਹਿਣ ਲੱਗੇ ਐਸੀ ਕਲਾ ਨਾ ਖੇਡੀਏ ਜਿਤ ਦਰਗਾਹ ਗਿਆ ਹਾਰੀਆ। ਅਜਿਹੇ ਕੰਮ ਨਾ ਕਰੀਏ ਜਿਹਦੇ ਕਰਕੇ ਦਰਗਾਹ ਦੇ ਵਿੱਚ ਸਾਨੂੰ ਹਾਰ ਨਾ ਪਵੇ। ਪੜ੍ਹਿਆ ਅਤੇ ਊਮੀਆਂ ਵਿਚਾਰ ਅੱਗੇ ਵਿਚਾਰੀਏ। ਪੜ੍ਹਿਆ ਅਤੇ ਅਨਪੜ੍ਹਿਆ ਦੋਵੇਂ ਬਹਿ ਕੇ ਸੰਗਤ ਦੇ ਵਿੱਚ ਆਣ ਕੇ, ਇੱਕ ਤਾਂ ਜਿਹਨੂੰ ਨਹੀਂ ਪਤਾ ਉਹਨੂੰ ਤਾਂ ਪਤਾ ਹੀ ਨਹੀਂ ਨਾ ਹੈਗਾ, ਲੇਕਿਨ ਜਿਹਨੂੰ ਪਤਾ ਆ ਉਹ ਵੀ ਜਦੋਂ ਬਹਿ ਕੇ ਆਣ ਕੇ ਸੰਗਤ ਦੇ ਵਿੱਚ ਬੈਠਾਂਗੇ, ਪੜ੍ਹਿਆ ਅਤੇ ਊਮੀਆਂ, ਪੜ੍ਹਿਆ ਅਤੇ ਅਨਪੜ੍ਹਿਆ, ਜਦੋਂ ਬਹਿ ਕੇ ਪਰਮਾਤਮਾ ਦੀਆਂ ਵਿਚਾਰ ਅੱਗੇ ਵਿਚਾਰੀਏ, ਪਰਮਾਤਮਾ ਦੀਆਂ ਦਰ ਘਰ ਦੀਆਂ ਗੱਲਾਂ ਆਪਸ ਵਿੱਚ ਬਹਿ ਕੇ ਕਰੀਏ। ਭਾਵ ਕਿ ਇੱਕ ਕਥਾ ਕਰਨ ਵਾਲਾ ਅਤੇ ਇੱਕ ਸੁਣਨ ਵਾਲੇ, ਕੀਰਤਨ ਕਰਨ ਵਾਲਾ, ਸੁਣਨ ਵਾਲਾ, ਗੁਰਬਾਣੀ ਪੜ੍ਹਨ ਵਾਲਾ ਅਤੇ ਸੁਣਨ ਵਾਲਾ, ਪੜ੍ਹਿਆ ਅਤੇ ਅਨਪੜ੍ਹਿਆ ਦੋਵੇਂ ਜਦੋਂ ਬਹਿ ਕੇ ਗੁਰੂ ਦੀਆਂ ਗੱਲਾਂ ਕਰਾਂਗੇ, ਪੜ੍ਹਿਆ ਅਤੇ ਊਮੀਆਂ ਵਿਚਾਰ ਅੱਗੇ ਵਿਚਾਰੀਏ, ਪਰਮਾਤਮਾ ਦੇ ਦਰ ਘਰ ਦੀਆਂ ਵਿਚਾਰਾਂ ਕਰੀਏ, ਪਰਮਾਤਮਾ ਦੇ ਨਾਲ ਮਿਲਣ ਦੀਆਂ ਜਦੋਂ ਗੱਲਾਂ ਕਰਾਂਗੇ। ਮੂੰਹ ਚੱਲੈ ਸੋ ਅੱਗੇ ਮਾਰੀਏ, ਮੂੰਹ ਚੱਲੈ ਸੋ ਅੱਗੇ ਮਾਰੀਏ। ਸਤਿਗੁਰੂ ਜੀ ਅਖੀਰਲੀ ਪੰਕਤੀ ਅੰਦਰ ਬਚਨ ਕਰਦੇ ਨੇ ਕਿ ਜੇਕਰ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਨਾ ਜਪਿਆ ਅਤੇ ਮੂੰਹ ਦੇ ਉੱਤੇ, ਜਿਵੇਂ ਅੱਗੇ ਬਚਨ ਆਉਂਦਾ, ਮੂੰਹੇ ਮੂੰਹ ਪਾਣਾ ਖਾਏ, ਪਿੱਛੇ ਇਸ ਦੇ ਬਚਨ ਵਿਚਾਰੇ ਨੇ, ਮੂੰਹ ਦੇ ਉੱਤੇ ਜੁੱਤੀਆਂ ਪੈਣੀਆਂ। ਸਭ ਕਹਿਣਗੇ ਉਸੇ ਤਰੀਕੇ ਦੇ ਨਾਲ ਮੂੰਹੇ ਚੱਲੈ ਸੋ ਅੱਗੇ ਮਾਰੀਏ। ਜੇ ਅਸੀਂ ਪਰਮਾਤਮਾ ਨਾ ਜਪਿਆ, ਨਾ ਜੇ ਪਰਮਾਤਮਾ ਨੂੰ ਨਾ ਧਿਆਇਆ, ਜੇ ਸੰਗਤ ਦੇ ਵਿੱਚ ਨਾ ਆਏ, ਅਤੇ ਮੂੰਹ ਦੇ ਉੱਤੇ ਚਪੇੜਾਂ ਅੱਗੋਂ ਜਾ ਕੇ ਵੱਜਣੀਆਂ। ਮੂੰਹ ਚੱਲੈ ਸੋ ਅੱਗੇ ਮਾਰੀਏ, ਅੱਗੇ ਪਰਮਾਤਮਾ ਦਰੋਂ ਘਰੋਂ ਉਹ ਚਪੇੜਾਂ ਵੱਜਣੀਆਂ ਆ। ਜੇ ਚਪੇੜਾਂ ਨਹੀਂ ਖਾਣੀਆਂ ਚਾਹੁੰਦੇ, ਜੇ ਮਾਰ ਨਹੀਂ ਖਾਣਾ ਚਾਹੁੰਦੇ, ਅਤੇ ਗੁਰੂ ਦੇ ਦਰ ਦੇ ਉੱਤੇ ਆਣ ਕੇ ਪਰਮਾਤਮਾ ਦੀ ਭਜਨ ਬੰਦਗੀ ਕਰਿਆ ਕਰੀਏ, ਤਾਂ ਕਿ ਇਹ ਜੋ ਮਨੁੱਖਾ ਜਨਮ ਮਿਲਿਆ ਹੈ, ਇਸ ਜਨਮ ਨੂੰ ਸਫਲਿਆਂ ਕਰਦਿਆਂ ਹੋਇਆਂ ਪ੍ਰਭੂ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਸਕੇ। ਸਾਹਿਬ ਰਹਿਮਤ ਕਰਨ, ਸਤਿਗੁਰਾਂ ਦੀ ਕਿਰਪਾ ਦੇ ਸਦਕਾ
ਇਹ ਜੋ 12 ਪੌੜੀਆਂ ਦੀ ਵਿਚਾਰ ਨਾਲ ਸ਼ਲੋਕਾਂ ਦੀ ਵਿਚਾਰ ਹੋ ਚੁੱਕੀ ਹੈ। 12 ਪੌੜੀਆਂ ਅਤੇ 12 ਸ਼ਲੋਕਾਂ ਦੀਆਂ ਵਿਚਾਰਾਂ, 12 ਪੌੜੀਆਂ ਦੇ ਨਾਲ ਜਿੰਨੇ ਵੀ ਸ਼ਲੋਕ ਨੇ ਉਹਨਾਂ ਦੀ ਵਿਚਾਰ ਰਹਿੰਦੀ ਹੈ। ਇਹ ਅੱਧੇ 24 ਕੁੱਲ ਪੌੜੀਆਂ ਨੇ ਆਸਾ ਦੀ ਵਾਰ ਦੀਆਂ। ਸਤਿਗੁਰੂ ਦੀ ਰਹਿਮਤ ਕਰਕੇ ਇਹ ਬਾਕੀ ਰਹਿੰਦੀ ਹੋਈ ਬਾਣੀ ਵੀ ਆਪ ਹੀ ਮਿਹਰ ਭਰਿਆ ਹੱਥ ਰੱਖ ਕੇ ਵਿਚਾਰ ਕਰਵਾ ਲੈਣ। ਸੱਚੇ ਪਾਤਸ਼ਾਹ ਰਹਿਮਤ ਕਰਨ, ਕਹੇ ਹੋਏ ਸੁਣੇ ਹੋਏ ਬੋਲ ਹਿਰਦਿਆਂ ਦੇ ਅੰਦਰ ਵਸ ਜਾਵਣ। ਗੁਰਬਾਣੀ ਦੀ ਵਿਚਾਰ ਕਰਦਿਆਂ ਬਿੰਦ ਭੁੱਲਾਂ ਚੁੱਕਾਂ ਹੁੰਦੀਆਂ ਨੇ, ਗੁਰੂ ਤੇ ਸੰਗਤ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।